SIT ने सुखबीर सिंह बादल ਨੂੰ ਤਲਬ ਕੀਤਾ ਹੈ। ਕੋਟਕਪੂਰਾ ਗੋਲੀकांड ਦੇ ਵਿੱਚ ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ। 30 ਅਗਸਤ ਨੂੰ ਸਵੇਰੇ 10:30 ਵਜੇ ਬੁਲਾਇਆ ਗਿਆ। ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਦੱਸੀ ਕਿ ਪੁੱਛਗਿੱਛ ਹੋਏਗੀ। ਪੰਜਾਬ ਪੁਲਿਸ ਆਫਿਸਰ ਇੰਸਟੀਚਿਊਟ ਸੈਕਟਰ 32 ਦੇ ਵਿੱਚ ਪੁੱਛਗਿੱਛ ਹੋਣੀ ਹੈ। ਸਵਾਲ ਜਵਾਬ ਹੋਣੇ ਹੈ। ਗੋਲੀकांड ਦੇ ਵੇਲੇ ਸੁਖਬੀਰ ਸਿੰਘ ਬਾਦਲ ਡਿਪਟੀ CM ਸਨ ਅਤੇ ਗ੍ਰਹਿ ਮੰਤਰਾਲੇ ਵੀ ਉਹਨਾਂ ਦੇ ਕੋਲ ਹੀ ਸੀ। ਉਹ ਜ਼ਿੰਮੇਵਾਰੀ ਵੀ ਉਹਨਾਂ ਦੇ ਕੋਲ ਹੀ ਸੀ ਜਿਸ ਦੇ ਅਧੀਨ ਪੁਲਿਸ ਆਉਂਦੀ ਹੈ। ਤਾਂ ਫਿਰ ਇਸ ਦੇ ਚੱਲਦੇ ਕੀ ਪੁੱਛਗਿੱਛ ਹੋਣੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੂਨ ਦੇ ਵਿੱਚ ਇਹਨਾਂ ਤੋਂ ਪੁੱਛਗਿੱਛ ਹੋਈ ਸੀ। ਉਸ ਵੇਲੇ ਵੀ 80 ਸਵਾਲ ਜਵਾਬ ਹੋਏ ਸਨ। ਉਸ ਵੇਲੇ ਵੀ 4 ਘੰਟੇ ਤੱਕ ਪੁੱਛਗਿੱਛ ਚੱਲੀ ਸੀ ਤੇ ਉਸ ਵੇਲੇ ਵੀ ਚੰਡੀਗੜ੍ਹ ਦੇ ਇਸੇ ਹੀ ਲੋਕੇਸ਼ਨ ਤੇ ਜਿਹੜੀ ਹੈ ਪੁੱਛਗਿੱਛ ਹੋਈ ਸੀ। ਤਾਂ ਹੁਣ ਵੀ ਸੈਕਟਰ 32 ਦੇ ਵਿੱਚ ਹੀ ਸੱਦਿਆ ਗਿਆ। SIT ਦੇ ਵੱਲੋਂ ਦੱਸ ਦਈਏ ਕਿ ਪੁੱਛਗਿੱਛ ਕੀਤੀ ਜਾਣੀ ਹੈ ਕਿ ਉਸ ਵੇਲੇ ਗੋਲੀ ਦੇ ਆਰਡਰ ਕਿਸਨੇ ਦਿੱਤੇ, ਤੁਹਾਡੇ ਤੱਕ ਇਹ ਜਾਣਕਾਰੀ ਕਦੋਂ ਪਹੁੰਚੀ, ਕਿਸਦੇ ਵੱਲੋਂ ਪਹੁੰਚਾਈ ਗਈ। ਇਸ ਤੋਂ ਇਲਾਵਾ ਕੋਈ ਖਾਸ ਤੌਰ ਤੇ ਜਿਹੜੇ ਅਫਸਰਾਂ ਨੂੰ ਉੱਥੇ ਭੇਜਿਆ ਗਿਆ ਸੀ। ਤਾਂ ਇਸ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਨੇ ਉਹ ਕੀਤੇ ਜਾਣੇ ਨੇ। ਇਸ ਤੋਂ ਪਹਿਲਾਂ ਵੀ ਸਵਾਲ ਜਵਾਬ ਇਹ ਕੀਤੇ ਗਏ ਸਨ। 80 ਦੇ ਕਰੀਬ ਸਵਾਲ ਜਵਾਬ ਸਨ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਗਏ ਸੀ। ਤਾਂ ਉਸ ਵੇਲੇ ਦੇ ਡਿਪਟੀ CM ਔਰ ਇਸ ਤੋਂ ਇਲਾਵਾ ਗ੍ਰਹਿ ਮੰਤਰਾਲਾ ਉਹਨਾਂ ਦੇ ਕੋਲ ਸੀ। ਤਾਂ ਇਸੇ ਦੇ ਚੱਲਦੇ ਸਵਾਲ ਜਵਾਬ ਹੋਣੇ ਨੇ। ਇਸ ਤੋਂ ਇਲਾਵਾ ਜ਼ਿਕਰਯੋਗ ਹੈ ਕਿ ਲਗਾਤਾਰ ਮੋਰਚਾ ਜਿਹੜਾ ਉਹ ਚੱਲ ਰਿਹਾ ਹੈ। ਲਗਾਤਾਰ ਬੇਅਦਬੀ ਔਰ ਗੋਲੀकांड ਦੇ ਇਨਸਾਫ ਦੇ ਲਈ ਪੱਕਾ ਮੋਰਚਾ ਉੱਥੇ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ। ਉਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਪੀਕਰ ਕੁਲਤਾਰ ਸੰਧਵਾ ਵੀ ਗਏ ਸਨ। ਹਰਜੋਤ ਬੈਂਸ ਹੋਰਾਂ ਨੇ ਵੀ ਜਾ ਕੇ ਸ਼ਮੂਲੀਅਤ ਕੀਤੀ ਸੀ। ਤਾਂ ਭਰੋਸਾ ਵੀ ਦਿੱਤਾ ਸੀ ਕਿ ਥੋੜਾ ਸਮਾਂ ਦਿੱਤਾ ਜਾਵੇ, ਕਾਰਵਾਈ ਹੋਏਗੀ। ਪਰ ਉੱਥੇ ਹੀ ਲਗਾਤਾਰ ਇਹ ਸਵਾਲ ਸਰਕਾਰ ਨੂੰ ਕੀਤਾ ਜਾ ਰਿਹਾ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ 6-7 ਸਾਲ ਹੋ ਚੁੱਕੇ ਨੇ ਤਾਂ ਅਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ। ਪਰ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਜੇਕਰ ਜ਼ਿਕਰ ਕੀਤਾ ਜਾਏ ਤਾਂ ਉਹਨਾਂ ਦਾ ਇਹ ਦਾਅਵਾ ਹੈ ਕਿ ਸਾਨੂੰ ਕਲੀਨ ਚਿੱਟ ਮਿਲ ਚੁੱਕੀ ਹੈ ਤੇ ਨਾ ਹੀ ਕੋਈ ਜਾਣਬੁੱਝ ਕੇ ਅਜਿਹਾ ਉਸ ਵੇਲੇ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ। ਜੋ ਸਥਿਤੀਆਂ ਸਨ ਉਸ ਦੇ ਮੁਤਾਬਿਕ ਹੀ ਜੋ ਕੁਝ ਹੋਇਆ। ਪਰ ਹੁਣ ਇਹ SIT ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ, ਸੱਦਿਆ ਗਿਆ। 30 ਅਗਸਤ ਨੂੰ ਬੁਲਾਇਆ ਗਿਆ। ਸਵੇਰੇ 10:30 ਵਜੇ ਦਾ ਸਮਾਂ ਹੈ। ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਦੱਸ ਦਈਏ ਕਿ ਪੁੱਛਗਿੱਛ ਹੋਏਗੀ। ਪੰਜਾਬ ਪੁਲਿਸ ਆਫਿਸਰ ਇੰਸਟੀਚਿਊਟ ਸੈਕਟਰ 32 ਦੇ ਵਿੱਚ ਸਵਾਲ ਜਵਾਬ ਕੀਤੇ ਜਾਣਗੇ। ਅੱਗੇ ਵਧਦੇ ਹਾਂ ਤਾਂ AIG ਤੇ ਵਿਜੀਲੈਂਸ ਦੀ ਰੇਡ ਨੂੰ ਲੈ ਕੇ ਵੱਡੀ ਖਬਰ ਹੈ। AIG ਆਸ਼ੀਸ਼ ਕਪੂਰ ਦੇ ਘਰ ਤੇ ਵਿਜੀਲੈਂਸ ਦਾ ਛਾਪਾ ਸਾਹਮਣੇ ਆਇਆ। ਮੋਹਾਲੀ ਦੇ ਸੈਕਟਰ 88 ਵਾਲੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ। ਆਮਦਨ ਦੇ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ। ਜੋ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਹੈ, ਦੱਸ ਦਈਏ ਕਿ ਆਮਦਨ ਦੇ ਨਾਲੋਂ ਵੱਧ ਜਾਇਦਾਦ ਹੈ ਜਿਸ ਮਾਮਲੇ 'ਚ ਇਹ ਕਾਰਵਾਈ ਹੋਈ ਹੈ। ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਗਿਆ। ਖਾਸ ਤੌਰ ਤੇ ਦੱਸ ਦਈਏ ਕਿ ਵੱਖੋ-ਵੱਖ ਥਾਈ ਵੱਖੋ-ਵੱਖ ਅਫਸਰ ਵੱਖੋ-ਵੱਖ ਮੰਤਰੀਆਂ ਦਾ ਸਾਬਕਾ ਮੰਤਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਵਿਜੀਲੈਂਸ ਦੀ ਕਾਰਵਾਈ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਪਰ ਇੱਥੇ ਕੀ ਕੁਝ ਜਾਣਕਾਰੀ ਹੈ ਹਾਲ ਹੀ ਦੇ ਵਿੱਚ ਮਨੋਜ ਰਾਠੀ ਨੇ ਫੋਨ ਲਾਈਨ ਤੇ। ਮਨੋਜ, ਕੀ ਕੁਝ ਅਪਡੇਟ ਹੈ ਇਸ ਮਾਮਲੇ ਦੇ ਵਿੱਚ? ਮਨੋਜ ਜੀ, ਅੱਜ ਜੇਕਰ ਤੁਹਾਨੂੰ ਆਈ ਹੋਵੇ ਤਾਂ ਹੁਣ ਤੱਕ ਜਿਹੜੀ ਜਾਣਕਾਰੀ ਹੈ ਕੱਲ ਇਨਸਪੈਕਸ਼ਨ ਜਿਹੜੀ ਹੈ ਉਹ ਬਿਜ਼ਨਸ ਵੱਲੋਂ ਕੀਤੀ ਗਈ ਹੈ। ਮਨੋਜ, ਆਵਾਜ਼ ਨਹੀਂ ਸਹੀ ਪਹੁੰਚ ਪਾ ਰਹੀ। ਧੰਨਵਾਦ ਹੈ ਫਿਲਹਾਲ, ਸ਼ੁਕਰੀਆ। ਤਾਂ AIG ਅਤੇ ਵਿਜੀਲੈਂਸ ਦੀ ਰੇਡ ਵੇਖਣ ਨੂੰ ਮਿਲੀ ਹੈ। ਤਸਵੀਰਾਂ ਵੀ ਸੀ ਉਹ ਲਗਾਤਾਰ ਤੁਹਾਨੂੰ ਵਿਖਾ ਰਹੇ ਹਾਂ ਸਕਰੀਨ ਤੇ ਕਿ ਕਿਸ ਤਰ੍ਹਾਂ ਦੇ ਨਾਲ ਅਫਸਰ ਜਿਹੜੇ ਨੇ ਉਹ ਘਰ ਦੇ ਅੰਦਰ ਕੋਨੇ-ਕੋਨੇ ਨੂੰ ਖੰਗਾਲ ਰਹੇ ਨੇ। ਹਰ ਤਰ੍ਹਾਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਅੱਗੇ ਵਧਦੇ ਹਾਂ ਤਾਂ ਆਮ ਆਦਮੀ ਪਾਰਟੀ ਦੇ MLA ਹਰਮੀਤ ਪਠਾਨ ਮਾਜਰਾ ਦੀ ਦੂਜੀ ਪਤਨੀ ਕਰੇਗੀ ਕੋਰਟ ਦਾ ਰੁਖ। ਇਸ ਵੇਲੇ ਦੀ ਵੱਡੀ ਖਬਰ ਪਠਾਨ ਮਾਜਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪਠਾਨ ਮਾਜਰਾ ਦੇ ਖਿਲਾਫ ਕੋਰਟ ਜਾਵੇਗੀ ਗੁਰਪ੍ਰੀਤ ਕੌਰ। ਅੱਜ ਹਾਈ ਕੋਰਟ ਦੇ ਵਿੱਚ ਦੱਸਿਏ ਕਿ ਪਟੀਸ਼ਨ ਦਾਇਰ ਕੀਤੀ ਜਾਏਗੀ। ਇਸ ਵੇਲੇ ਦੀ ਬਹੁਤ ਵੱਡੀ ਖਬਰ ਪਠਾਨ ਮਾਜਰਾ ਉਹਨਾਂ ਦੇ ਨਾਲ ਜੁੜੀ ਹੋਈ ਉਹਨਾਂ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਮਾਨਹਾਨੀ ਦਾ ਕੇਸ ਕਰਾਂਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੇਰੀ ਵੀਡੀਓ ਵਾਇਰਲ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਸੀ ਉਹਨਾਂ ਲੋਕਾਂ ਨੂੰ ਜੋ ਕਿ ਵੀਡੀਓ ਵਾਇਰਲ ਕਰ ਰਹੇ ਨੇ। ਤਾਂ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਠਾਨ ਮਾਜਰਾ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਮਾਨਸਿਕ ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਨੇ। ਇਸ ਪਟੀਸ਼ਨ ਦਾ ਜ਼ਿਕਰ ਕੀਤਾ ਜਾਵੇ ਹਾਈ ਕੋਰਟ ਦੇ ਵਿੱਚ ਦੱਸਦੀ ਕਿ ਪਟੀਸ਼ਨ ਦਾਇਰ ਕਰੇਗੀ ਉਹਨਾਂ ਦੀ ਪਤਨੀ ਔਰ ਸਿੱਧੇ ਤੌਰ ਤੇ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਹਰਮੀਤ ਪਠਾਨ ਮਾਜਰਾ ਦੀ ਦੂਜੀ ਪਤਨੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮਾਤ ਲਗਾਏ ਗਏ ਸਨ ਪਠਾਨ ਮਾਜਰਾ ਤੇ। ਤਾਂ ਫੋਨ ਲਾਈਨ ਤੇ ਅਮਨ ਭਾਰਦਵਾਜ ਨੇ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ। ਅਮਨ, ਕੀ ਕੁਝ ਜਾਣਕਾਰੀ ਹੈ? देखो गुरजोत, जो गलबात हुई है न्यूज़ 18 नाल उन्होंने पत्नी दी, तो ये जानकारी उन्होंने दी है कि हाई कोर्ट का रुख जिहड़ा है
ਉਹ ਕੀਤਾ ਜਾ ਰਿਹਾ। ਔਰ ਪਿਛਲੇ ਦਿਨਾਂ ਦੇ ਅੰਦਰ ਪਠਾਨ ਮਾਜਰਾ ਦੇ ਜੋ ਬਿਆਨ ਨੇ ਔਰ ਉਹਨਾਂ ਨੇ ਇੱਕ ਵਰਬਲ ਤੌਰ ਤੇ ਮੀਡੀਆ ਦੇ ਅੰਦਰ ਵੀ ਉਹਨਾਂ ਦੀ ਪਤਨੀ ਨੇ तमाम ਇਲਜ਼ਾਮਾਤ ਨੇ ਜੋ ਲਗਾਏ ਸੀਗੇ ਪਠਾਨ ਮਾਜਰਾ ਤੇ, ਔਰ ਉਸ तमाम ਚੀਜ਼ਾਂ ਦੇ ਵੇਰਵੇ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਜਿਹੜਾ ਹੈ ਉਹ ਕੀਤਾ ਜਾ ਰਿਹਾ। ਇਹ ਜਾਣਕਾਰੀ ਉਹਨਾਂ ਨੇ ਸਾਂਝਾ ਕੀਤੀ ਹੈ ਕਿ ਸਰੀਰਕ ਅਤੇ ਮਾਨਸਿਕ ਉਤਪੀੜਨਾ ਜਿਹੜੀ ਹੈ ਉਹਨਾਂ ਨੇ ਸਹੀ ਹੈ, ਔਰ ਇਸ तमाम ਦਸਤਾਵੇਜ਼ ਲੈ ਕੇ ਕੁਝ ਪ੍ਰੂਫ ਲੈ ਕੇ ਜਿਹੜਾ ਹੈ ਉਹ ਹਾਈ ਕੋਰਟ ਦਾ ਰੁਖ ਕੀਤਾ ਜਾ ਰਿਹਾ। ਔਰ ਪਠਾਨ ਮਾਜਰਾ ਦੇ ਉੱਪਰ ਕਾਰਵਾਈ ਦੀ ਮੰਗ ਜਿਹੜੀ ਹੈ ਉਹ ਹਾਈ ਕੋਰਟ ਰਾਹੀਂ ਹੁਣ ਉਹਨਾਂ ਦੇ ਪਤਨੀ ਕਰਦੇ ਨਜ਼ਰ ਆਣਗੇ। ਔਰ ਗੁਰਪ੍ਰੀਤ ਕੌਰ ਨੇ ਬਕਾਇਦਾ ਇਸ ਦੀ ਜਾਣਕਾਰੀ ਜਿਹੜੀ ਹੈ ਦਿੱਤੀ ਹੈ ਕਿ ਅੱਜ ਯਾਚੀਕਾ ਉਹਨਾਂ ਵੱਲੋਂ ਇਸ ਬਾਬਤ ਲਗਾਈ ਜਾਏਗੀ। ਔਰ ਪਠਾਨ ਮਾਜਰਾ ਦੀਆਂ ਕਿਉਂਕਿ ਮੌਜੂਦਾ ਵਿਧਾਇਕ ਨੇ ਲੋਕਾਂ ਦੇ ਅੰਦਰ ਇੱਕ ਮੈਸੇਜ ਵੀ ਹੁੰਦਾ ਹੈ, ਤਾਂ ਉਹਨਾਂ ਦੀ ਮੁਸ਼ਕਲਾਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ 'ਚ ਵੱਧ ਸਕਦੀਆਂ ਨੇ। ਅਮਨ, ਸਾਨੂੰ ਯਾਦ ਹੈ ਜਦੋਂ ਗੱਲਬਾਤ ਕੀਤੀ ਸੀ ਨਿਊਜ਼ 18 ਨੇ ਤਾਂ ਉਹਨਾਂ ਨੇ ਕਿਹਾ ਸੀ ਪਠਾਨ ਮਾਜਰਾ ਨੇ ਕਿ ਮੈਂ ਕੋਰਟ ਦਾ ਰੁਖ ਕਰਾਂਗਾ, ਮਾਨਹਾਨੀ ਦਾ ਕੇਸ ਦਰਜ ਕਰਾਂਗਾ, ਜਿਸ ਤਰ੍ਹਾਂ ਦੇ ਨਾਲ ਮੇਰੀ ਵੀਡੀਓ ਵਾਇਰਲ ਕੀਤੀ ਗਈ ਹੈ, ਪਰ ਅਜੇ ਤੱਕ ਵੇਖਣ ਨੂੰ ਮਿਲਿਆ ਕਿ ਉਹਨਾਂ ਨੇ ਅਜਿਹਾ ਕੁਝ ਨਹੀਂ ਕੀਤਾ। ਪਰ ਹੁਣ ਜਦੋਂ ਇਹ ਖਬਰ ਆਉਂਦੀ ਹੈ, ਕਿਸ ਤਰ੍ਹਾਂ ਦੇ ਨਾਲ ਵੇਖਿਆ ਜਾਏ ਸਾਰੇ ਮਾਮਲੇ ਨੂੰ, ਲੱਗ ਰਿਹਾ ਸੀ ਕਿ ਸ਼ਾਇਦ ਇੱਕ ਵਾਰ ਮਾਮਲਾ ਠੰਡਾ ਹੋ ਗਿਆ, ਬੇਸ਼ੱਕ ਬਹੁਤ ਚਰਚਾ 'ਚ ਰਿਹਾ ਸੀਗਾ। ਅਮਨ, ਬਿਲਕੁਲ ਗੁਰਜੋਤ, ਕੋਸ਼ਿਸ਼ਾਂ ਵੀ ਇਹੀ ਸੀਗੀਆਂ ਆਮ ਆਦਮੀ ਪਾਰਟੀ ਦੀਆਂ ਕਿ ਇਸ ਮਾਮਲੇ ਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕੇ। ਜਿਹੜੇ ਸਵਾਲ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਵਿਧਾਇਕ ਤੇ ਲੀਡਰਸ਼ਿਪ ਤੇ ਖੜੇ ਹੋ ਰਹੇ ਸੀਗੇ ਪਠਾਨ ਮਾਜਰਾ ਦੇ ਇਸ ਇਨਸੀਡੈਂਟ ਤੋਂ ਬਾਅਦ, ਤਾਂ ਉਸ ਤੇ ਠੱਲ ਪਾਉਣ ਦੀ ਕੋਸ਼ਿਸ਼ ਜ਼ਰੂਰ ਸੀਗੀ ਔਰ ਮੀਡੀਆ ਦੇ ਅੰਦਰ ਬਿਆਨ ਨਾ ਦਿੱਤੇ ਜਾਣੇ ਵੀ ਕੋਸ਼ਿਸ਼ ਕੀਤੀ ਗਈ ਪਠਾਨ ਮਾਜਰਾ ਉਹਨਾਂ ਨੂੰ ਸਮਝਾਉਣ ਦੀ। ਲੇਕਿਨ ਜੋ ਉਹਨਾਂ ਦੇ ਵਾਈਫ ਦੇ, ਜੋ ਉਹਨਾਂ ਦੀ ਗੁਰਪ੍ਰੀਤ ਕੌਰ ਜਿਹੜੀ ਦੂਜੀ ਪਤਨੀ ਨੇ, ਉਹਨਾਂ ਦੇ ਬਿਆਨ ਸੀਗੇ, ਉਸਨੇ ਕਿਤੇ ਨਾ ਕਿਤੇ ਪ੍ਰੋਵੋਕ ਵੀ ਕੀਤਾ ਔਰ ਇੱਕ ਇਨਸਾਫ ਦੀ ਮੰਗ ਵੀ ਉਹ ਕਰਦੇ ਨਜ਼ਰ ਆਏ ਕਿ ਇਨਸਾਫ ਜਿਹੜਾ ਹੈ ਉਹ ਸ਼ਿਕਾਰ ਹੋਏ ਨੇ ਉਤਪੀੜਨਾ ਦਾ। तमाम ਇਲਜ਼ਾਮ ਆਰੋਪ ਜਿਹੜੇ ਸੀਗੇ ਉਹ ਉਹਨਾਂ ਦੇ ਪਤਨੀ ਵੱਲੋਂ ਲਗਾਏ ਗਏ। ਲੇਕਿਨ ਹੁਣ ਹਾਲਾਂਕਿ ਬਿਆਨ ਜ਼ਰੂਰ ਸੀਗੇ ਪਠਾਨ ਮਾਜਰਾ ਦੇ ਕਿ ਉਹ ਮਾਨਹਾਨੀ ਦਾ ਕੇਸ ਕਰਨਗੇ, ਲੇਕਿਨ ਪ੍ਰੈਕਟੀਕਲ ਰੂਪ ਨਾਲ ਜੇ ਅੱਜ ਦੇਖੀਏ ਤਾਂ ਅੱਜ ਤਿਆਰੀ ਜ਼ਰੂਰ ਕੀਤੀ ਹੈ ਗੁਰਪ੍ਰੀਤ ਕੌਰ ਉਹਨਾਂ ਨੇ ਔਰ ਹਾਈ ਕੋਰਟ ਦਾ ਰੁਖ ਕਰਨ ਜਾ ਰਹੇ ਨੇ। ਪਟੀਸ਼ਨ ਦੇ ਬਾਬਤ ਕਾਗਜ਼ ਇਕੱਠੇ ਕੀਤੇ ਜਾ ਰਹੇ ਨੇ ਔਰ ਅੱਜ ਪਟੀਸ਼ਨ ਜਿਹੜੀ ਹੈ ਉਹ ਫਾਈਲ ਕੀਤੀ ਜਾ ਸਕਦੀ ਹੈ। ਇਸ ਦੀ ਜਾਣਕਾਰੀ ਗੁਰਪ੍ਰੀਤ ਕੌਰ ਨੇ ਸਾਂਝਾ ਕੀਤੀ ਕਿ ਹਾਈ ਕੋਰਟ ਦਾ ਰੁਖ ਗੁਰਪ੍ਰੀਤ ਕੌਰ ਵੱਲੋਂ ਕੀਤਾ ਜਾ ਰਿਹਾ ਔਰ ਪਠਾਨ ਮਾਜਰਾ ਨੂੰ ਇੱਕ ਸਬਕ ਸਿਖਾਉਣ ਦਾ ਕਹੀਏ ਜਾਂ ਉਸਨੂੰ ਇਨਸਾਫ ਲਈ ਰੁਖ ਜਿਹੜਾ ਹੈ ਉਹ ਹਾਈ ਕੋਰਟ ਦਾ ਕੀਤਾ ਜਾ ਰਿਹਾ ਹੈ। ਅਮਨ, ਅਸੀਂ ਜ਼ਿਕਰ ਪਠਾਨ ਮਾਜਰਾ ਦੇ ਬਿਆਨ ਦਾ ਵੀ ਕਰਾਂਗੇ ਕਿਉਂਕਿ ਉਹ ਲਗਾਤਾਰ ਇਲਜ਼ਾਮ ਲਾ ਰਹੇ ਨੇ ਕਿ ਕੁਝ ਸਿਆਸਤਦਾਨ ਨੇ ਜਿਨ੍ਹਾਂ ਦੀ ਚੱਕ ਦੇ ਵਿੱਚ ਅਜਿਹਾ ਕੀਤਾ ਜਾ ਰਿਹਾ, ਜਾਣਬੁੱਝ ਕੇ ਬਦਨਾਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਥੋੜੀ ਦੇਰ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਦਾ ਸਬੂਤਾਂ ਦਾ ਕੁਝ ਕਹਿਣਾ ਹੈ ਕਿ ਸਬੂਤ ਉਹਨਾਂ ਦੇ ਕੋਲ ਨੇ। ਇੱਕ ਵੀਡੀਓ ਤਾਂ ਉਹਨਾਂ ਨੇ ਇੱਕ ਵੀਡੀਓ ਜਿਹੜੀ ਜ਼ਰੂਰ ਵਾਇਰਲ ਹੋਈ ਸੀ ਜਿਨ੍ਹਾਂ ਦਾ ਇਲਜ਼ਾਮ ਵੀ ਉਹਨਾਂ ਤੇ ਲਾਇਆ ਸੀ ਪਠਾਨ ਮਾਜਰਾ ਨੇ ਕਿ ਉਹਨਾਂ ਨੇ ਵਾਇਰਲ ਕੀਤੀ ਹੈ, ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਸਬੂਤ ਉਹਨਾਂ ਦੇ ਕੋਲ ਨੇ ਜਿਸ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕਰ ਰਹੇ ਨੇ। ਦੇਖੋ, ਇੰਨੀ ਖੁੱਲ ਕੇ ਹਾਲਾਂਕਿ ਗੁਰਪ੍ਰੀਤ ਕੌਰ ਨੇ ਗੱਲ ਨਹੀਂ ਕੀਤੀ। ਉਹ ਕਹਿ ਰਹੇ ਨੇ ਕਿ ਜਦੋਂ ਪਟੀਸ਼ਨ ਫਾਈਲ ਕਰਨਗੇ ਉਹ तमाम ਸਬੂਤ ਜਿਹੜੇ ਨੇ ਔਰ ਕਿਸ ਆਧਾਰ ਤੇ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ, ਕਿਉਂਕਿ ਇਹ ਸਰੀਰਕ ਅਤੇ ਮਾਨਸਿਕ ਉਤਪੀੜਨਾ ਆਪਣੀ ਦੱਸ ਰਹੇ ਨੇ ਇਸ ਨੂੰ, ਤਾਂ ਉਸ तमाम ਚੀਜ਼ਾਂ ਬਾਬਤ ਉਹਨਾਂ ਨੇ ਸਬੂਤ ਜ਼ਰੂਰ ਇਕੱਠੇ ਕੀਤੇ ਹੋਏ ਨੇ ਔਰ ਉਹਨਾਂ ਦੇ ਤਹਿਤ ਹੀ ਉਸੇ ਗਰਾਊਂਡ ਤੇ ਉਹ ਹਾਈ ਕੋਰਟ ਦਾ ਰੁਖ ਕਰ ਰਹੇ ਨੇ ਕਿ ਹਾਈ ਕੋਰਟ ਦੇ ਅੰਦਰ ਜਿਹੜੀ ਹੈ ਉਹ ਸਬੂਤ ਰੱਖੇ ਜਾਣਗੇ। ਇਹ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਔਰ ਪਿਛਲੇ 9 ਤੋਂ 10 ਸਾਲ ਦਾ ਉਹਨਾਂ ਦੇ ਨਾਲ ਜਿਸ ਤਰੀਕੇ ਦਾ ਵੀ ਰਾਬਤਾ ਸੀਗਾ, ਵਿਵਹਾਰ ਸੀਗਾ, ਉਸ तमाम ਚੀਜ਼ਾਂ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਜਾ ਰਿਹਾ ਔਰ तमाम ਦਸਤਾਵੇਜ਼ ਹੋਰ ਵੀ ਨੇ ਜੋ ਹਾਈ ਕੋਰਟ ਦੇ ਦਰਮਿਆਨ ਉਹ ਲੈ ਕੇ ਜਾ ਰਹੇ ਨੇ ਔਰ ਉਹ ਜਿਹੜੀ ਪਟੀਸ਼ਨ ਹੋਏਗੀ ਗੁਰਜੋਤ ਉਸ ਦੇ ਅੰਦਰ ਉਸਨੂੰ ਸ਼ੁਮਾਰ ਕੀਤਾ ਜਾ ਰਿਹਾ। ਇਹ ਜਾਣਕਾਰੀ ਉਹਨਾਂ ਨੇ ਦਿੱਤੀ ਔਰ ਮੀਡੀਆ ਦੇ ਨਾਲ ਵੀ ਗੱਲਬਾਤ ਜਲਦ ਕਰ ਸਕਦੇ ਨੇ, ਕਿਉਂਕਿ ਅਸੀਂ ਵੀ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲਾਂ ਪਟੀਸ਼ਨ ਤਿਆਰ ਕਰਕੇ ਕੋਰਟ ਦਾ ਰੁਖ ਕੀਤਾ ਜਾਏਗਾ, ਉਸ ਤੋਂ ਬਾਅਦ ਉਹ ਜਾਣਕਾਰੀ ਜਿਹੜੀ ਹੈ ਉਹ ਡਿਟੇਲ ਦੇ ਅੰਦਰ ਸਾਂਝਾ ਕੀਤੀ ਜਾਏਗੀ। ਲੇਕਿਨ ਇੱਕ ਗੱਲ ਸਾਫ਼ ਹੈ ਕਿ ਪਠਾਨ ਮਾਜਰਾ ਦਾ ਇਸ ਕੇਸ ਬਾਬਤ ਔਰ ਉਹਨਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਬਾਬਤ ਜਿਹੜਾ ਇਹ ਇੰਟਰਨਲ ਕਲੈਸ਼ ਹੈਗਾ ਹੈ ਇਹ ਸਭ ਦੇ ਸਾਹਮਣੇ ਔਰ ਹੋਰ ਇਹ ਵੱਧਦਾ ਨਜ਼ਰ ਆ ਰਿਹਾ ਹੈ ਗੁਰਜੋਤ। ਠੀਕ ਹੈ, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਤਾਂ ਇਹ ਵੱਡੀ ਖਬਰ ਹੈ, ਪਠਾਨ ਮਾਜਰਾ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਸਕਦਾ। ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਜਲਦੀ ਗੱਲਬਾਤ ਵੀ ਕਰਨਗੇ, ਯਾਨੀ ਕਿ ਨਿਊਜ਼ 18 ਤੇ ਜਦੋਂ ਹੀ ਗੱਲਬਾਤ ਕਰਨਗੇ ਤੁਹਾਡੇ ਤੱਕ ਅਸੀਂ ਸਭ ਤੋਂ ਪਹਿਲਾਂ ਜ਼ਰੂਰ ਪਹੁੰਚਾਵਾਂਗੇ ਕਿ ਆਖਰਕਾਰ ਇਸ ਪਟੀਸ਼ਨ ਨੂੰ ਲੈ ਕੇ ਉਹਨਾਂ ਦਾ ਕੀ ਕੁਝ ਕਹਿਣਾ ਹੈ। ਅੱਗੇ